ਅੱਜ ਆਓ ਅਸੀਂ ਉਪਦੇਸ਼ ਸਿਰਲੇਖ ਸ਼ਬਦ ਜੋ ਆਸ਼ੀਸ਼ਾਂ ਲਿਆਉਂਦੇ ਹਨ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਅਸੀਂ ਬਾਈਬਲ ਵਿੱਚ ਪਰਮੇਸ਼ਵਰ ਦੀਆਂ ਕਈ ਸਿੱਖਿਆਵਾਂ ਨੂੰ ਪਾ ਸਕਦੇ ਹਾਂ ਜੋ ਸਾਨੂੰ ਦਿਖਾਉਂਦੀਆਂ ਹਨ ਕਿ ਪਰਮੇਸ਼ਵਰ ਦੇ ਲੋਕ ਦੁਨੀਆ ਦੇ ਲੋਕਾਂ ਨਾਲੋਂ ਕਿਵੇਂ ਵੱਖਰੇ ਹਨ। ਲੋਕਾਂ ਦੇ ਇਹਨਾਂ ਦੋ ਸਮੂਹਾਂ ਵਿੱਚ ਇੱਕ ਸਪਸ਼ਟ ਅੰਤਰ ਉਹਨਾਂ ਦੁਆਰਾ ਬੋਲੇ ਜਾਣ ਵਾਲੇ ਸ਼ਬਦਾਂ ਦਾ ਹੈ। ਇਸ ਲਈ ਪਰਮੇਸ਼ਵਰ ਆਪਣੇ ਲੋਕਾਂ ਨੂੰ ਕਹਿੰਦੇ ਹਨ, ਹਮੇਸ਼ਾ ਅਜਿਹੇ ਸ਼ਬਦ ਬੋਲੋ ਜੋ ਆਸ਼ੀਸ਼ਾਂ ਲਿਆ ਸਕਦੇ ਹਨ। ਐਸਾਓ ਇੱਕ ਪ੍ਰਤੀਨਿਧ ਵਿਅਕਤੀ ਹੈ ਜਿਸ ਨੇ ਅਜਿਹੇ ਸ਼ਬਦ ਕਹੇ ਜਿਸ ਨਾਲ ਉਹ ਆਪਣੀ ਆਸ਼ੀਸ਼ਾਂ ਗਵਾ ਬੈਠਿਆ। ਜਦ ਉਹ ਫੁੱਟ-ਫੁੱਟ ਕੇ ਰੋਣ ਲੱਗਾ ਅਤੇ ਆਪਣੇ ਪਿਤਾ ਨੂੰ ਕਿਹਾ, ਮੈਨੂੰ ਆਪਣੀਆਂ ਆਸ਼ੀਸ਼ਾਂ ਵਾਪਸ ਲੈਣ ਦਿਓ, ਤਦ ਉਸ ਦੇ ਪਿਤਾ ਨੇ ਉੱਤਰ ਦਿੱਤਾ, ਮੈਂ ਤੇਰੇ ਭਰਾ ਯਾਕੂਬ ਨੂੰ ਸਾਰੀਆਂ ਆਸ਼ੀਸ਼ਾਂ ਦੇ ਦਿੱਤੀਆਂ ਹਨ। ਫਿਰ ਉਸਨੇ ਕਿਹਾ, ਪਿਤਾ ਜੀ, ਕੀ ਤੁਸੀਂ ਮੇਰੇ ਲਈ ਕੋਈ ਆਸ਼ੀਸ਼ ਨਹੀਂ ਰੱਖੀ? ਫਿਰ ਉਸਨੇ ਕਿਹਾ, ਪਿਤਾ ਜੀ, ਕੀ ਤੁਸੀਂ ਮੇਰੇ ਲਈ ਕੋਈ ਆਸ਼ੀਸ਼ ਨਹੀਂ ਰੱਖੀ ਹੈ? ਇਸ ਲਈ ਸਿੱਧੇ ਸ਼ਬਦਾਂ ਵਿੱਚ ਕਹੀਏ ਤਦ ਜੋ ਲੋਕ ਵਿਸ਼ਵਾਸ ਨਾਲ ਸ਼ਬਦਾਂ ਨੂੰ ਬੋਲਦੇ ਹਨ ਉਹ ਅਜਿਹੇ ਲੋਕ ਹਨ ਜੋ ਉਹਨਾਂ ਸ਼ਬਦਾਂ ਨੂੰ ਬੋਲਣਾ ਜਾਣਦੇ ਹਨ ਜੋ ਆਸ਼ੀਸ਼ਾਂ ਲਿਆਉਂਦੇ ਹਨ। ਸ਼ੁਰੂਆਤ ਵਿੱਚ ਜਦੋਂ ਪਰਮੇਸ਼ਵਰ ਨੇ ਕਿਹਾ ਚਾਨਣ ਹੋਵੇ ਤਦ ਕੀ ਹੋਇਆ? ਕੀ ਚਾਨਣ ਨਹੀਂ ਹੋਇਆ? ਲੋਕ ਕਹਿੰਦੇ ਹਨ ਕਿ ਸ਼ਬਦਾਂ ਵਿੱਚ ਅਦਭੁਤ ਸ਼ਕਤੀ ਹੁੰਦੀ ਹੈ। ਜਦੋਂ ਤੁਹਾਡੇ ਘਰ ਵਿੱਚ ਕੁਝ ਪਰੇਸ਼ਾਨ ਕਰਨ ਵਾਲੀ ਘਟਨਾ ਹੁੰਦੀ ਹੈ ਤਦ ਵੀ ਆਪਣੀ ਜੀਭ ਉੱਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰੋ। ਹੁਣੇ ਜੋ ਹੋਇਆ ਉਸ ਉੱਤੇ ਵਿਚਾਰ ਕਰਨ ਲਈ 1 ਮਿੰਟ ਕੱਢਣ ਦੀ ਕੋਸ਼ਿਸ਼ ਕਰੋ ਅਤੇ ਫਿਰ ਉਹ ਕਹੋ ਜੋ ਤੁਹਾਨੂੰ ਕਹਿਣ ਦੀ ਲੋੜ ਹੈ। ਮੇਰਾ ਮੰਨਣਾ ਹੈ ਕਿ ਇਸ ਤੋਂ ਵਧੀਆ ਨਤੀਜਾ ਆਏਗਾ। ਲੋਕ ਕਹਿੰਦੇ ਹਨ ਕਿ ਸ਼ਬਦ ਇੱਕ ਵਾਰ ਕਹੇ ਜਾਣ ਤੋਂ ਬਾਅਦ ਗਾਇਬ ਨਹੀਂ ਹੁੰਦੇ। ਅਸੀਂ ਸੋਚ ਸਕਦੇ ਹਾਂ ਕਿ ਜੋ ਸ਼ਬਦ ਅਸੀਂ ਬੋਲਦੇ ਹਾਂ ਉਹ ਗਾਇਬ ਹੋ ਜਾਂਦੇ ਹਨ ਕਿਉਂਕਿ ਉਹ ਦਿਖਾਈ ਨਹੀਂ ਦਿੰਦੇ ਅਤੇ ਨਾ ਹੀ ਰਿਕਾਰਡ ਕੀਤੇ ਜਾਂਦੇ ਹਨ। ਪਰ ਲੋਕ ਕਹਿੰਦੇ ਹਨ ਕਿ ਉਹ ਅਜੇ ਵੀ ਕਿਤੇ ਨਾ ਕਿਤੇ ਘੁੰਮਦੇ ਹੋਏ ਮੌਜੂਦ ਹਨ। ਇਹ ਇੱਕ ਸਿਧਾਂਤ ਹੈ ਕਿ ਕਿਵੇਂ ਇੱਕ ਰਿਕਾਰਡਿੰਗ ਯੰਤਰ ਦੀ ਖੋਜ ਕੀਤੀ ਗਈ ਸੀ। ਭਾਵੇਂ ਸ਼ਬਦ ਅੱਖਾਂ ਲਈ ਅਧਿਕ ਹਨ ਪਰ ਉਹਨਾਂ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਸ਼ਬਦਾਂ ਦੇ ਇੱਕ ਵਾਰ ਰਿਕਾਰਡ ਹੋ ਜਾਣ ਤੋਂ ਬਾਅਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਸਾਲ ਪਹਿਲਾਂ ਕਿਸੇ ਨੇ ਉਹਨਾਂ ਸ਼ਬਦਾਂ ਨੂੰ ਕਿਹਾ ਹੋਵੇ, ਉਹਨਾਂ ਨੂੰ ਭਵਿੱਖ ਵਿੱਚ ਫਿਰ ਤੋਂ ਚਲਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਲਾਪਰਵਾਹੀ ਨਾਲ ਸ਼ਬਦ ਨਹੀਂ ਬੋਲਣੇ ਚਾਹੀਦੇ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਈਸਾਈਆਂ ਦੇ ਰੂਪ ਵਿੱਚ ਵਿਸ਼ਵਾਸ ਦਾ ਜੀਵਨ ਜਿਉਂਦੇ ਹੋਏ ਸਿਰਫ ਅਜਿਹੇ ਸ਼ਬਦ ਬੋਲਣੇ ਚਾਹੀਦੇ ਹਨ ਜੋ ਆਸ਼ੀਸ਼ਾਂ ਲਿਆ ਸਕਦੇ ਹਨ। ਸਾਨੂੰ ਅਜਿਹੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਹਨ ਜੋ ਸਾਡੇ ਉੱਤੇ ਆਸ਼ੀਸ਼ਾਂ ਲਿਆਉਣ। ਸਾਨੂੰ ਲਾਪਰਵਾਹੀ ਨਾਲ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਜੋ ਸਾਡੇ ਉੱਤੇ ਸਜ਼ਾ ਜਾਂ ਸ਼ਰਾਪ ਲਿਆਉਣ, ਹੈ ਨਾ? ਆਓ ਅਸੀਂ ਯਾਕੂਬ ਅਧਿਆਇ 1 ਉੱਤੇ ਜਾਈਏ। ਯਾਕੂਬ ਅਧਿਆਇ 1:19 ਵਿੱਚ ਇਹ ਕਹਿੰਦਾ ਹੈ, ਹੇ ਮੇਰੇ ਪਿਆਰੇ ਭਰਾਵੋ, ਪਰ ਹਰੇਕ ਮਨੁੱਖ ਸਾਨੂੰ ਕਿਸ ਲਈ ਕਾਲਾ ਹੋਣਾ ਚਾਹੀਦਾ ਹੈ? ਸੁਣਨ ਵਿੱਚ ਕਾਲਾ। ਇਸ ਦਾ ਮਤਲਬ ਹੈ ਕਿ ਸਾਨੂੰ ਦੂਸਰੇ ਲੋਕ ਕੀ ਕਹਿੰਦੇ ਹਨ ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ। ਸੁਣਨ ਵਿੱਚ ਕਾਲਾ, ਸਾਨੂੰ ਕਿਸ ਨਾਲ ਧੀਰੇ ਹੋਣਾ ਚਾਹੀਦਾ ਹੈ ਅਤੇ ਬੋਲਣ ਵਿੱਚ ਧੀਰ। ਸਾਨੂੰ ਇਹ ਘੱਟੋ ਘੱਟ 10 ਜਾਂ 20 ਵਾਰ ਸੋਚਣਾ ਚਾਹੀਦਾ ਹੈ ਕਿ ਅਸੀਂ ਜੋ ਸ਼ਬਦ ਕਹਿਣ ਜਾ ਰਹੇ ਹਾਂ ਉਸ ਤੋਂ ਸਾਨੂੰ ਪਛਤਾਵਾ ਹੋਵੇਗਾ ਜਾਂ ਨਹੀਂ। ਇਸ ਉੱਤੇ ਧਿਆਨ ਤੇ ਵਿਚਾਰ ਕਰਦੇ ਹੋਏ, ਪਰ ਹਰੇਕ ਮਨੁੱਖ ਸੁਣਨ ਵਿੱਚ ਕਾਲਾ ਅਤੇ ਬੋਲਣ ਵਿੱਚ ਧੀਰਾ ਅਤੇ ਹੋਰ ਕਿਸ ਵਿੱਚ ਧੀਰਾ ਹੋਣਾ ਚਾਹੀਦਾ ਹੈ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ। ਜੇਕਰ ਤੁਸੀਂ ਆਪਣਾ ਕ੍ਰੋਧ ਜ਼ਾਹਰ ਕਰਦੇ ਹੋ ਤਾਂ ਤੁਸੀਂ ਜੋ ਕਿਹਾ ਹੈ ਉਸ ਉੱਤੇ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਜਿਸ ਵਿਅਕਤੀ ਉੱਤੇ ਤੁਸੀਂ ਆਪਣਾ ਗੁੱਸਾ ਪ੍ਰਗਟ ਕੀਤਾ ਹੈ ਉਹ ਪਹਿਲਾਂ ਹੀ ਸੱਟ ਖਾ ਚੁੱਕਾ ਹੈ। ਭਾਵੇਂ ਤੁਸੀਂ ਇਹ ਕਹਿ ਕੇ ਮਾਫੀ ਮੰਗਦੇ ਹੋ, ਮੈਨੂੰ ਬਹੁਤ ਅਫਸੋਸ ਹੈ, ਕਿਰਪਾ ਕਰਕੇ ਮੈਨੂੰ ਮਾਫ ਕਰਿਓ, ਅਤੇ ਤੁਹਾਨੂੰ ਮਾਫ ਕਰ ਦਿੱਤਾ ਜਾਂਦਾ ਹੈ, ਫਿਰ ਵੀ ਸੱਟ ਦੀ ਭਾਵਨਾ ਪੂਰੀ ਤਰ੍ਹਾਂ ਦੂਰ ਨਹੀਂ ਹੋ ਸਕਦੀ ਹੈ, ਬਲਕਿ ਇਹ ਇੱਕ ਨਿਸ਼ਾਨ ਦੇ ਰੂਪ ਵਿੱਚ ਬਣੀ ਰਹਿੰਦੀ ਹੈ। ਇਸ ਲਈ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ, ਕ੍ਰੋਧ ਕਰਨ ਵਿੱਚ ਧੀਰਾ ਹੋ। ਆਪਣੇ ਪੂਰੇ ਜੀਵਨ ਕਾਲ ਵਿੱਚ ਅਜਿਹੀ ਸਥਿਤੀ ਵਿੱਚ ਨਾ ਹੋਣਾ ਅਸੰਭਵ ਹੈ ਜੋ ਸਾਨੂੰ ਗੁੱਸਾ ਦਿਲਾਉਂਦੀ ਹੈ। ਜਦੋਂ ਸਾਡੇ ਆਲੇ ਦੁਆਲੇ ਦੇ ਲੋਕ ਸਾਡੀ ਇੱਛਾ, ਸਾਡੇ ਵਿਚਾਰਾਂ ਅਤੇ ਸਾਡੀ ਲਾਲਸਾ ਅਨੁਸਾਰ ਕੰਮ ਨਹੀਂ ਕਰਦੇ ਅਤੇ ਸਾਡੇ ਆਲੇ ਦੁਆਲੇ ਦੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਹੁੰਦੇ ਜਿਵੇਂ ਅਸੀਂ ਚਾਹੁੰਦੇ ਹਾਂ, ਤਦ ਅਸੀਂ ਅਸਹਿਜ ਅਤੇ ਦੁਖਦਾਈ ਮਹਿਸੂਸ ਕਰਦੇ ਹਾਂ। ਸਾਰੇ ਲੋਕੋ, ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਹੋਈਏ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਧਰਤੀ ਇੱਕ ਆਤਮਿਕ ਜੇਲ੍ਹ ਹੈ। ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਹਰ ਚੀਜ਼ ਸਾਨੂੰ ਅਸਹਿਜ ਮਹਿਸੂਸ ਕਰਵਾਉਂਦੀ ਹੈ। ਇਹ ਸਥਿਤੀ ਅਤੇ ਉਹ ਸਥਿਤੀ ਵੀ ਸਾਨੂੰ ਅਸਹਿਜ ਮਹਿਸੂਸ ਕਰਵਾਉਂਦੀ ਹੈ ਕਿ ਇਸ ਲਈ ਸਾਨੂੰ ਸਵਰਗ ਦੇ ਰਾਜ ਵਿੱਚ ਨਹੀਂ ਜਾਣਾ ਚਾਹੀਦਾ ਜਿੱਥੇ ਅਜਿਹਾ ਕੁਝ ਵੀ ਨਹੀਂ ਹੈ ਜੋ ਸਾਨੂੰ ਪਰੇਸ਼ਾਨ, ਦੁਖਦਾਈ ਅਤੇ ਅਸਹਿਜ ਮਹਿਸੂਸ ਕਰਵਾਉਂਦਾ ਹੋਵੇ। ਸਵਰਗੀ ਲੋਕਾਂ ਨੂੰ ਪਰਮੇਸ਼ਵਰ ਦੀਆਂ ਸਿੱਖਿਆਵਾਂ ਅਨੁਸਾਰ ਜਿਉਣਾ ਚਾਹੀਦਾ ਹੈ, ਭਾਵੇਂ ਉਹ ਅਜਿਹੇ ਅਸੁਖਦ ਗ੍ਰਹਿ ਧਰਤੀ ਉੱਤੇ ਰਹਿੰਦੇ ਹੋਣ। ਆਓ ਅਸੀਂ ਵਚਨ 20 ਪੜ੍ਹੀਏ। ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ਵਰ ਦੇ ਧਰਮ ਦਾ ਕੰਮ ਨਹੀਂ ਕਰਦਾ। ਲਗਭਗ 10 ਜਾਂ 20 ਮਿੰਟ ਬਾਅਦ
ਅਸੀਂ ਸਾਰੇ ਇਹ ਸੋਚ ਕੇ ਪਛਤਾਉਂਦੇ ਹਾਂ, ਮੈਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਸੀ। ਪਰ ਜਦੋਂ ਅਜਿਹੀ ਹੀ ਸਥਿਤੀ ਫਿਰ ਤੋਂ ਆਉਂਦੀ ਹੈ, ਤਦ ਅਸੀਂ ਉਹੀ ਕੰਮ ਨੂੰ ਬਾਰ-ਬਾਰ ਦੁਹਰਾਉਂਦੇ ਹਾਂ। ਪਰਮੇਸ਼ਵਰ, ਜਿਨ੍ਹਾਂ ਨੇ ਆਦਿ ਤੋਂ ਅੰਤ ਨੂੰ ਦੇਖਿਆ ਹੈ, ਜਾਣਦੇ ਹਨ ਕਿ ਅਸੀਂ ਅਜਿਹਾ ਕਰਦੇ ਹਾਂ। ਕਿ ਇਸ ਲਈ ਅੱਜ ਪਰਮੇਸ਼ਵਰ ਨਬੀਆਂ ਦੁਆਰਾ ਇਹ ਸੰਦੇਸ਼ ਸਾਡੇ ਤੱਕ ਨਹੀਂ ਪਹੁੰਚਾਉਂਦੇ? ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਕ੍ਰੋਧ ਵਿੱਚ ਧੀਰੇ ਹੋਣਾ ਚਾਹੀਦਾ ਹੈ। ਆਓ ਅਸੀਂ ਵਚਨ 20 ਨਾਲ ਜਾਰੀ ਰੱਖੀਏ। ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ਵਰ ਦੇ ਧਰਮ ਦਾ ਕੰਮ ਨਹੀਂ ਕਰਦਾ। ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਬਚਨ ਨੂੰ, ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ, ਨਰਮਾਈ ਨਾਲ ਕਬੂਲ ਕਰ ਲਓ। ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਆਓ ਵਚਨ 24 ਵੇਖੀਏ। ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਉਸ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। ਪਰ ਜਿਹਨੇ ਪੂਰੀ ਸ਼ਰ੍ਹਾ ਨੂੰ ਅਰਥਾਤ ਆਜ਼ਾਦੀ ਦੀ ਸ਼ਰ੍ਹਾ ਨੂੰ ਗੌਰ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ, ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਹੈ ਜਿਹੜਾ ਭੁੱਲ ਜਾਵੇ। ਸਗੋਂ ਉਹ ਵਿਅਕਤੀ ਸੁਣਨ ਤੋਂ ਬਾਅਦ ਕਿਵੇਂ ਪ੍ਰਤੀਕਿਰਿਆ ਕਰਦਾ ਹੈ? ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧਨ ਹੋਵੇਗਾ। ਹਾਲਾਂਕਿ ਕੁਝ ਮੈਂਬਰ ਅਜਿਹੇ ਹਨ ਜੋ ਗਲਤੀ ਨਾਲ ਸੋਚਦੇ ਹਨ, ਮੈਨੂੰ ਬਪਤਿਸਮਾ ਲੈਣਾ ਚਾਹੀਦਾ ਹੈ ਅਤੇ ਸਿਰਫ ਸਬਤ ਦਾ ਦਿਨ ਅਤੇ ਪਸਾਹ ਨੂੰ ਮਨਾਉਣਾ ਚਾਹੀਦਾ ਹੈ। ਪਰ ਮੈਨੂੰ ਨੈਤਿਕ ਸਿੱਖਿਆਵਾਂ ਦਾ ਪਾਲਨ ਕਰਨ ਦੀ ਲੋੜ ਨਹੀਂ। ਪਰ ਇਹ ਲਿਖਿਆ ਹੈ, ਕਿਉਂ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਕਿਉਂ ਜੋ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਉਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। ਪਰ ਜਿਹਨੇ ਪੂਰੀ ਸ਼ਰ੍ਹਾ ਨੂੰ ਅਰਥਾਤ ਆਜ਼ਾਦੀ ਦੀ ਸ਼ਰ੍ਹਾ ਨੂੰ ਗੌਰ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ, ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਹੈ ਜਿਹੜਾ ਭੁੱਲ ਜਾਵੇ, ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧਨ ਹੋਵੇਗਾ। ਸਾਨੂੰ ਪਰਮੇਸ਼ਵਰ ਦੇ ਬਚਨ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਇਸ ਲਈ ਸਾਨੂੰ ਕਿਵੇਂ ਬੋਲਣਾ ਚਾਹੀਦਾ ਹੈ, ਇਸ ਬਾਰੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ, ਜਿਸ ਨੂੰ ਅਸੀਂ ਅੱਜ ਸਿੱਖ ਰਹੇ ਹਾਂ। ਆਓ ਅਸੀਂ ਯਾਕੂਬ ਦੇ ਅਧਿਆਇ 3 ਉੱਤੇ ਜਾਈਏ ਅਤੇ ਵਚਨ 1 ਪੜ੍ਹੀਏ। ਹੇ ਮੇਰੇ ਭਰਾਵੋ, ਬਾਲੇ ਉਪਦੇਸ਼ਕ ਨਾ ਬਣੋ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧੇਕ ਸਜ਼ਾ ਮਿਲੇਗੀ। ਇਸ ਲਈ ਜੋ ਅਸੀਂ ਸਭੇ ਬਹੁਤ ਭੁੱਲਣਹਾਰ ਹਾਂ, ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹ ਨੂੰ ਵੀ ਲਗਾਮ ਦੇ ਸਕਦਾ ਹੈ। ਜਦੋਂ ਅਸੀਂ ਘੋੜਿਆਂ ਦੀਆਂ ਲਗਾਮਾਂ ਉਹਨਾਂ ਦੇ ਮੂੰਹ ਵਿੱਚ ਦਿੰਦੇ ਹਾਂ ਭਈ ਉਹ ਸਾਡੇ ਵੱਸ ਵਿੱਚ ਰਹਿਣ, ਤਾਂ ਉਹਨਾਂ ਦੇ ਸਾਰੇ ਸਰੀਰ ਨੂੰ ਵੀ ਮੋੜ ਲੈਂਦੇ ਹਾਂ। ਵੇਖੋ, ਜਹਾਜ਼ ਵੀ ਭਾਵੇਂ ਕਿੱਡੇ-ਕਿੱਡੇ ਵੱਡੇ ਹਨ ਅਤੇ ਡਾਢੀਆਂ ਹਨੇਰੀਆਂ ਨਾਲ ਉਡਾਏ ਜਾਂਦੇ ਹਨ, ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਜੀ ਦਾ ਜੀ ਕਰੇ ਮੋੜੇ ਜਾਂਦੇ ਹਨ। ਇਸੇ ਪ੍ਰਕਾਰ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ, ਪਰ ਵੱਡੇ ਫੋੜੇ ਮਾਰਦੀ ਹੈ। ਵੇਖੋ, ਕਿੱਡਾ ਵੱਡਾ ਵਣ ਨਿੱਕੀ ਜਿਹੀ ਪਰ ਵੱਡੇ ਫੋੜ ਮਾਰਦੀ ਹੈ। ਜੀਭ ਵੀ ਇੱਕ ਅੱਗ ਹੈ। ਸਾਡਿਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ, ਜਿਹੜੀ ਸਾਰੀ ਦੇਹ ਨੂੰ ਦਾਗ ਲਾਉਂਦੀ ਅਤੇ ਭਵ ਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ। ਇੱਥੇ ਵੀ ਕੀ ਪਰਮੇਸ਼ਵਰ ਸਾਨੂੰ ਬਾਈਬਲ ਰਾਹੀਂ ਨਹੀਂ ਕਹਿ ਰਹੇ ਕਿ ਸਾਨੂੰ ਇਸ ਗੱਲ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੀ ਜੀਭ ਦੀ ਵਰਤੋਂ ਕਿਵੇਂ ਕਰਦੇ ਹਾਂ? ਕੁਝ ਵੀ ਕਹਿਣ ਤੋਂ ਪਹਿਲਾਂ ਸਾਨੂੰ ਕਈ ਵਾਰ ਸੋਚਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਅਸੀਂ ਜਲਦਬਾਜ਼ੀ ਵਿੱਚ ਕੁਝ ਕਹਿੰਦੇ ਹਾਂ, ਤਦ ਸਾਨੂੰ ਬਹੁਤ ਪਛਤਾਵਾ ਹੋ ਸਕਦਾ ਹੈ। ਸਿਰਫ ਇਸ ਲਈ ਕਿ ਅਸੀਂ ਪੀੜਤ, ਕ੍ਰੋਧਿਤ ਜਾਂ ਪਰੇਸ਼ਾਨ ਮਹਿਸੂਸ ਕਰਦੇ ਹਾਂ। ਸਾਨੂੰ ਆਪਣੀ ਭਾਵਨਾ ਨੂੰ ਬਿਨਾਂ ਠੀਕ ਕੀਤੇ ਤੁਰੰਤ ਪ੍ਰਗਟ ਨਹੀਂ ਕਰਨਾ ਚਾਹੀਦਾ। ਆਓ ਅਸੀਂ ਅਫਸੀਆਂ ਅਧਿਆਇ 4 ਉੱਤੇ ਜਾਈਏ। ਵਚਨ 29 ਕਹਿੰਦਾ ਹੈ, ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਸਗੋਂ ਤੁਹਾਡੇ ਮੂੰਹ ਤੋਂ ਕਿਵੇਂ ਗੱਲ ਨਿਕਲੇ? ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ, ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ, ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ, ਉਦਾਸ ਨਾ ਕਰੋ। ਸਭ ਕੁੜੱਤਣ, ਕ੍ਰੋਧ, ਰੋਲਾ ਅਤੇ ਦੁਰਬਚਨ ਸਾਰੀ ਬੁਰੀਆਈ ਸਣੇ ਤੁਹਾਥੋਂ ਦੂਰ ਹੋਵੇ। ਸਾਨੂੰ ਇਹਨਾਂ ਚੀਜ਼ਾਂ ਬਾਰੇ ਕੀ ਕਰਨਾ ਚਾਹੀਦਾ ਹੈ? ਸਾਨੂੰ ਇਹਨਾਂ ਤੋਂ ਦੂਰ ਹੋਣਾ ਚਾਹੀਦਾ ਹੈ। ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੋਣਾ ਚਾਹੀਦਾ ਹੈ। ਗੰਦੀ ਗੱਲ ਦਾ ਅਰਥ ਹੈ ਅਜਿਹੇ ਸ਼ਬਦ ਜੋ ਲੋਕਾਂ ਲਈ ਨੁਕਸਾਨਦਾਇਕ ਹੈ, ਅਤੇ ਉન્નਤੀ ਲਈ ਚੰਗਾ ਹੋਵੇ ਦਾ ਅਰਥ ਹੈ ਉਹ ਸ਼ਬਦ ਜੋ ਦੂਜਿਆਂ ਲਈ ਲਾਭਦਾਇਕ ਹਨ।
ਸਾਡੇ ਲਈ ਇਹ ਵਧੀਆ ਹੈ ਕਿ ਅਸੀਂ ਅਜਿਹੀ ਕੋਈ ਗੱਲ ਨਾ ਕਹੀਏ ਜੋ ਨੁਕਸਾਨਦਾਇਕ ਹੋਵੇ। ਇਹ ਆਤਮਿਕ ਜੇਲ੍ਹ ਧਰਤੀ ਜਿੱਥੇ ਅਸੀਂ ਨਹੀਂ ਰਹਿਣਾ ਚਾਹੁੰਦੇ, ਸਾਡੇ ਲਈ ਆਪਣੀ ਇੱਛਾ ਅਨੁਸਾਰ ਜਿਉਣ ਲਈ ਨਹੀਂ ਬਣਾਈ ਗਈ ਹੈ। ਜਿਵੇਂ ਇਸ ਸੰਸਾਰ ਦੀਆਂ ਜੇਲ੍ਹਾਂ ਵਿੱਚ ਸਭ ਕੁਝ ਵਿਰੋਧੀ ਅਤੇ ਅਸਹਿਜ ਹੈ, ਉਸੇ ਤਰ੍ਹਾਂ ਆਤਮਾ ਦੀ ਜੇਲ੍ਹ ਵੀ ਹੈ। ਪਰ ਪਰਮੇਸ਼ਵਰ ਸਾਨੂੰ ਕਹਿੰਦੇ ਹਨ ਕਿ ਸਾਨੂੰ ਸਵਰਗੀ ਸੰਤਾਨਾਂ ਨੂੰ ਇਸ ਤਰ੍ਹਾਂ ਦੇ ਅਸਹਿਜ ਗ੍ਰਹਿ ਵਿੱਚ ਰਹਿੰਦੇ ਹੋਏ ਵੀ ਸੰਸਾਰ ਦੇ ਲੋਕਾਂ ਵਾਂਗ ਕੰਮ ਨਹੀਂ ਕਰਨਾ ਚਾਹੀਦਾ ਹੈ ਨਾ। ਆਓ ਅਸੀਂ ਵਚਨ 31 ਨਾਲ ਜਾਰੀ ਰੱਖੀਏ। ਸਭ ਕੁੜੱਤਣ, ਕ੍ਰੋਧ, ਰੋਲਾ ਅਤੇ ਦੁਰਬਚਨ ਸਾਰੀ ਬੁਰਾਈ ਸਣੇ ਤੁਹਾਥੋਂ ਦੂਰ ਹੋਵੇ। ਸਾਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ, ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਯੀਸ਼ੂ ਵਿੱਚ ਤੁਹਾਨੂੰ ਮਾਫ ਕੀਤਾ। ਇਸ ਲਈ ਸਾਨੂੰ ਸਿਰਫ ਉਹੀ ਸ਼ਬਦ ਕਹਿਣ ਲਈ ਜੋ ਦੂਸਰਿਆਂ ਦੀ ਉન્નਤੀ ਲਈ ਲਾਭਦਾਇਕ ਹੈ, ਪਰਮੇਸ਼ਵਰ ਸਾਨੂੰ ਲਗਨ ਨਾਲ ਪ੍ਰਚਾਰ ਕਰਨ ਲਈ ਕਹਿੰਦੇ ਹਨ। ਆਓ ਅਸੀਂ ਇਕੱਠੇ ਸਵਰਗ ਦੇ ਰਾਜ ਵਿੱਚ ਜਾਈਏ। ਆਓ ਅਸੀਂ ਮੁਕਤੀ ਪ੍ਰਾਪਤ ਕਰੀਏ। ਆਓ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਕਰੀਏ। ਆਓ ਅਸੀਂ ਸਦੀਪਕ ਜੀਵਨ ਪ੍ਰਾਪਤ ਕਰੀਏ। ਸਾਨੂੰ ਬੁਰੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਸਾਰੇ ਵਚਨ ਪਰਮੇਸ਼ਵਰ ਦੀਆਂ ਸਿੱਖਿਆਵਾਂ ਵਿੱਚ ਸ਼ਾਮਿਲ ਹਨ। ਇਸ ਲਈ ਕਿ ਅਸੀਂ ਦੂਜਿਆਂ ਨੂੰ ਇਹਨਾਂ ਸ਼ਬਦਾਂ ਨੂੰ ਕਹਿੰਦੇ ਹੋਏ ਉਹਨਾਂ ਦੀ ਉન્નਤੀ ਨਹੀਂ ਕਰ ਪਾਵਾਂਗੇ। ਇਸ ਲਈ ਮੈਨੂੰ ਆਸ ਹੈ ਕਿ ਸਾਰੀਆਂ ਸਵਰਗੀਆਂ ਸੰਤਾਨਾਂ ਆਪਣੇ ਗੁਆਂਢੀਆਂ ਅਤੇ ਜਿਨ੍ਹਾਂ ਨਾਲ ਤੁਸੀਂ ਮਿਲਦੇ ਹੋ, ਉਹਨਾਂ ਨੂੰ ਯਤਨ ਨਾਲ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਦੇ ਯੋਗ ਹੋਵੋਗੇ। ਆਓ ਅਸੀਂ ਅਫਸੀਆਂ ਅਧਿਆਇ 5 ਵਚਨ 1 ਪੜ੍ਹੀਏ। ਸੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਗ ਪਰਮੇਸ਼ਵਰ ਦੀ ਰੀਸ ਕਰੋ। ਆਓ ਅਸੀਂ ਵਚਨ 2 ਦੇਖੀਏ। ਅਤੇ ਸਾਨੂੰ ਕਿਸ ਪ੍ਰਕਾਰ ਦਾ ਜੀਵਨ ਜਿਉਣਾ ਚਾਹੀਦਾ ਹੈ? ਪ੍ਰੇਮ ਨਾਲ ਚੱਲੋ, ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ। ਜੇਕਰ ਅਸੀਂ ਆਪਣਾ ਜੀਵਨ ਇਸ ਤਰ੍ਹਾਂ ਜਿਉਂਦੇ ਹਾਂ, ਤਦ ਅਸੀਂ ਕਦੇ ਵੀ ਕੁਝ ਹਾਨੀਕਾਰਕ ਨਹੀਂ ਕਹਾਂਗੇ। ਆਓ ਅਸੀਂ ਹਮੇਸ਼ਾ ਆਪਣੀ ਆਤਮਿਕ ਸਥਿਤੀਆਂ ਦੀ ਜਾਂਚ ਕਰੀਏ। ਜੇਕਰ ਕੋਈ ਵਿਅਕਤੀ ਤੁਹਾਨੂੰ ਛੱਡ ਕੇ ਸਿਰਫ ਦੂਸਰਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦਾ ਹੈ, ਤਦ ਕਿਰਪਾ ਕਰਕੇ ਅਜਿਹਾ ਸੋਚੋ, ਮੈਂ ਇਸ ਦੇ ਯੋਗ ਹਾਂ ਕਿਉਂਕਿ ਮੈਂ ਸਵਰਗੀ ਪਾਪੀ ਹਾਂ। ਮੈਂ ਸੇਵਾ ਪਾਉਣਾ ਹੀ ਕਿਉਂ ਚਾਹੁੰਦਾ ਹਾਂ? ਜੇਕਰ ਅਸੀਂ ਹਮੇਸ਼ਾ ਸੋਚਦੇ ਹਾਂ, ਹੇ ਪ੍ਰਭੂ ਮੈਂ ਇੱਕ ਪਾਪੀ ਹਾਂ, ਤਦ ਅਸੀਂ ਕਿਸੇ ਵੀ ਹਾਲਤ ਵਿੱਚ ਕਦੀ ਨਿਰਾਸ਼ ਨਹੀਂ ਹੋਵਾਂਗੇ। ਮਾਤਾ ਦੀਆਂ ਸਿੱਖਿਆਵਾਂ ਵਿੱਚੋਂ ਇੱਕ ਇਹ ਹੈ ਕਿ ਮਹਿਸੂਸ ਹੋਣ ਵਾਲੀ ਨਿਰਾਸ਼ਾ ਹੰਕਾਰੀ ਹੈ। ਜਦੋਂ ਅਸੀਂ ਹੰਕਾਰੀ ਹੋ ਜਾਂਦੇ ਹਾਂ, ਤਦ ਅਸੀਂ ਨਿਰਾਸ਼ ਮਹਿਸੂਸ ਕਰਦੇ ਹਾਂ। ਪਰ ਸਾਨੂੰ ਸੋਚਣਾ ਚਾਹੀਦਾ ਹੈ, ਹੇ ਪ੍ਰਭੂ ਮੈਂ ਇੱਕ ਪਾਪੀ ਹਾਂ। ਮੈਂ ਸਿਰਫ ਇਸ ਤੱਥ ਲਈ ਸ਼ੁਕਰਗੁਜ਼ਾਰ ਹਾਂ ਕਿ ਮੈਂ ਸਵਰਗ ਦੇ ਰਾਜ ਵਿੱਚ ਜਾ ਸਕਦਾ ਹਾਂ। ਮੈਂ ਨਵੀਂ ਯਰੂਸ਼ਲਮ ਦੀ ਵਡਿਆਈ ਨੂੰ ਦੇਖਦਾ ਰਿਹਾ ਹਾਂ, ਜਿਸ ਨੂੰ ਰਸੂਲ ਯਹੋਨਾ ਵੀ ਨਹੀਂ ਦੇਖ ਸਕਦਾ ਸੀ। ਮੇਰੇ ਤੋਂ ਵੱਧ ਆਸ਼ੀਸ਼ਿਤ ਕੌਣ ਹੋ ਸਕਦਾ ਹੈ? ਉਹ ਹੋਰ ਸਾਰੇ ਲੋਕਾਂ ਦਾ ਬਹੁਤ ਪਿਆਰ ਨਾਲ ਨਮਸਕਾਰ ਕਰਦੀ ਹੈ, ਪਰ ਉਹ ਮੇਰੇ ਨਾਲ ਨਮਸਕਾਰ ਕੀਤੇ ਬਿਨਾਂ ਮੇਰੇ ਕੋਲੋਂ ਚਲੀ ਗਈ। ਮੈਨੂੰ ਨਿਰਾਸ਼ਾ ਮਹਿਸੂਸ ਹੋਈ। ਅਜਿਹਾ ਸੋਚਣ ਦੀ ਬਜਾਏ ਕਿਉਂ ਨਾ ਤੁਸੀਂ ਪਹਿਲਾਂ ਉਹਨਾਂ ਨੂੰ ਨਮਸਕਾਰ ਕਰੋ। ਜਦੋਂ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਪਾਪੀ ਹਾਂ, ਤਦ ਇਸ ਪ੍ਰਕਾਰ ਦੀਆਂ ਪਰਿਸਥਿਤੀਆਂ ਦਾ ਸਾਹਮਣਾ ਕਰਨ ਤੇ ਅਸੀਂ ਨਿਰਾਸ਼ ਮਹਿਸੂਸ ਕਰਦੇ ਹਾਂ। ਪਰ ਜਿਵੇਂ ਕਿ ਲੂਕਾ ਦੀ ਇੰਜੀਲ ਵਿੱਚ ਲਿਖਿਆ ਗਿਆ ਹੈ, ਸਾਨੂੰ ਹਮੇਸ਼ਾ ਸੋਚਣਾ ਚਾਹੀਦਾ ਹੈ, ਹੇ ਪ੍ਰਭੂ ਮੈਂ ਇੱਕ ਪਾਪੀ ਹਾਂ। ਭਾਵੇਂ ਅਸੀਂ ਪਾਪੀ ਹਾਂ, ਪਰ ਅਸੀਂ ਉਸ ਸੱਚਾਈ ਨੂੰ ਪ੍ਰਾਪਤ ਕੀਤਾ ਹੈ ਜਿਸ ਦੁਆਰਾ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਨੂੰ ਸਹੀ ਢੰਗ ਨਾਲ ਜਾਣ ਸਕਦੇ ਹਾਂ। ਪਰਮੇਸ਼ਵਰ ਨੇ ਸਾਨੂੰ ਇਸ ਯੁੱਗ ਵਿੱਚ ਜਿਉਣ ਦੀ ਇਜਾਜ਼ਤ ਦਿੱਤੀ ਹੈ। ਜਦੋਂ ਅਸੀਂ ਸਵਰਗੀ ਪਿਤਾ ਅਨਸੰਗ ਹੂੰ ਜੀ ਅਤੇ ਸਵਰਗੀਆ ਮਾਤਾ ਜੀ ਨਵੀਂ ਯਰੂਸ਼ਲਮ ਦੀ ਮਹਿਮਾ ਦੇਖ ਸਕਦੇ ਹਾਂ, ਸਾਨੂੰ ਇਸ ਤੱਥ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸਾਨੂੰ ਕਿਸੇ ਵੀ ਗੱਲ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਅਸੀਂ ਕਈ ਵਾਰ ਅਧਿਐਨ ਕੀਤਾ ਹੈ ਕਿ ਧਰਤੀ ਸ਼ਰਨ ਨਗਰ ਹੈ ਅਤੇ ਅਸੀਂ ਇਸ ਤੱਥ ਲਈ ਆਮੀਨ ਕਹਿੰਦੇ ਹਾਂ ਕਿ ਅਸੀਂ ਪਾਪੀ ਹਾਂ। ਫਿਰ ਵੀ ਜਦੋਂ ਕੁਝ ਹਾਲਾਤ ਪੈਦਾ ਹੁੰਦੇ ਹਨ ਤਾਂ ਅਸੀਂ ਆਸਾਨੀ ਨਾਲ ਆਪਣਾ ਮਨ ਬਦਲ ਲੈਂਦੇ ਹਾਂ। ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਵਿਸ਼ਵਾਸ ਨਾਲ ਦੇਖਾਂਗੇ, ਤਦ ਸਾਨੂੰ ਸਭ ਕੁਝ ਸਮਝ ਆਏਗਾ ਅਤੇ ਕੋਈ ਗਲਤਫਹਿਮੀ ਨਹੀਂ ਹੋਵੇਗੀ। ਅਫਸੀਆਂ ਅਧਿਆਇ 4 ਵਚਨ 31 ਵਿੱਚ ਪਰਮੇਸ਼ਵਰ ਕਹਿੰਦੇ ਹਨ, ਸਭ ਕੁੜੱਤਣ, ਕ੍ਰੋਧ, ਰੋਲਾ ਅਤੇ ਦੁਰਬਚਨ ਸਾਰੀ ਬੁਰਾਈ ਸਣੇ ਤੁਹਾਥੋਂ ਦੂਰ ਹੋਵੇ। ਵਚਨ 32 ਕਹਿੰਦਾ ਹੈ, ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ, ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਯੀਸ਼ੂ ਵਿੱਚ ਤੁਹਾਨੂੰ ਮਾਫ ਕੀਤਾ। ਅਧਿਆਇ 5 ਵਿੱਚ ਇਹ ਕਹਿੰਦਾ ਹੈ, ਸੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਗ ਪਰਮੇਸ਼ਵਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ, ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਭੇਂਟ
ਅਤੇ ਬਲੀਦਾਨ ਕਰਕੇ ਧੂਪ ਦੀ ਸੁਗੰਧ ਲਈ ਦੇ ਦਿੱਤਾ। ਜੇਕਰ ਪਰਮੇਸ਼ਵਰ ਨੂੰ ਸਿਰਫ ਆਪਣੀ ਵਡਿਆਈ ਅਤੇ ਸੁਰੱਖਿਆ ਦੀ ਪਰਵਾਹ ਹੁੰਦੀ, ਤਦ ਉਹ ਆਪਣੀ ਮਰਜ਼ੀ ਨਾਲ ਆਪਣੇ ਜੀਵਨ ਦਾ ਤਿਆਗ ਕਰਦੇ ਹੋਏ ਖੁਦ ਨੂੰ ਬਲੀਦਾਨ ਨਹੀਂ ਕਰਦੇ। ਉਹਨਾਂ ਨੇ ਇੱਕ ਪਾਪੀ ਦੀ ਜਗ੍ਹਾ ਨਹੀਂ ਲਈ ਹੁੰਦੀ, ਉਹਨਾਂ ਨੇ ਸਲੀਬ ਨਹੀਂ ਚੁੱਕੀ ਹੁੰਦੀ ਜਾਂ ਉਸ ਉੱਤੇ ਮਰ ਕੇ ਆਪਣਾ ਬਲੀਦਾਨ ਨਹੀਂ ਕੀਤਾ ਹੁੰਦਾ। ਪਰ ਯੈਸ਼ਾਯਾ ਅਧਿਆਇ 53 ਕਹਿੰਦਾ ਹੈ ਕਿ ਉਹਨਾਂ ਨੇ ਸਾਡੇ ਲਈ ਸਭ ਕੁਝ ਕੀਤਾ। ਸਾਡੇ ਅਪਰਾਧਾਂ ਅਤੇ ਬਦੀਆਂ ਦੇ ਕੰਮਾਂ ਦੇ ਕਾਰਨ ਪਰਮੇਸ਼ਵਰ ਨੂੰ ਸਾਡੀ ਜਗ੍ਹਾ ਤੇ ਕੋੜੇ ਮਾਰੇ ਗਏ ਅਤੇ ਸਲੀਬ ਉੱਤੇ ਚੜਾਇਆ ਗਿਆ। ਭਾਵੇਂ ਉਹ ਪਾਪ ਜਾਂ ਕੁਧਰਮ ਤੋਂ ਬਿਨਾਂ ਹਨ, ਉਹ ਬੇਦਾਗ ਅਤੇ ਦੋਸ਼ ਰਹਿਤ ਹਨ। ਆਪਣਾ ਜੀਵਨ ਜਿਉਂਦੇ ਹੋਏ ਅਸੀਂ ਸਮੇਂ-ਸਮੇਂ ਤੇ ਅਣਚਾਹੀਆਂ, ਅਸਹਿਜ ਅਤੇ ਪਰੇਸ਼ਾਨ ਕਰਨ ਵਾਲੀਆਂ ਸਥਿਤੀਆਂ ਵਿੱਚ ਹੁੰਦੇ ਹਾਂ। ਕਈ ਵਾਰ ਇਹ ਸਥਿਤੀਆਂ ਗਲਤਫਹਿਮੀ ਦਾ ਨਤੀਜਾ ਹੁੰਦੀਆਂ ਹਨ। ਕਈ ਵਾਰ ਇਹ ਸਥਿਤੀਆਂ ਕਿਸੇ ਹੋਰ ਦੇ ਜਾਣਬੁੱਝ ਕੇ ਕੀਤੇ ਜਾਣ ਦਾ ਕਾਰਨ ਹੁੰਦੀਆਂ ਹਨ। ਹਾਲਾਂਕਿ ਪਰਮੇਸ਼ਵਰ ਸਾਨੂੰ ਧੀਰਜ ਰੱਖਣ ਅਤੇ ਇਸ ਪ੍ਰਕਾਰ ਦੀਆਂ ਸਥਿਤੀਆਂ ਵਿੱਚ ਵੀ ਦੂਜਿਆਂ ਦੀ ਉੱਨਤੀ ਲਈ ਮਦਦਗਾਰ ਸ਼ਬਦ ਕਹਿਣ ਲਈ ਕਹਿੰਦੇ ਹਨ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ, ਮੈਨੂੰ ਯਕੀਨ ਹੈ ਕਿ ਇਹ ਵਿਅਕਤੀ ਜਾਣਬੁੱਝ ਕੇ ਮੈਨੂੰ ਪਰੇਸ਼ਾਨੀ ਦੇਣ ਲਈ ਅਜਿਹਾ ਕਰ ਰਿਹਾ ਹੈ। ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਨਾਲ ਦੁਸ਼ਮਣੀ ਰੱਖਦੇ ਹੋ ਅਤੇ ਫਿਰ ਇੱਕ ਦਿਨ ਤੁਹਾਡੇ ਮਨ ਵਿੱਚ ਜੋ ਵੀ ਹੈ ਉਸ ਨੂੰ ਬਾਹਰ ਕੱਢ ਦਿਓ, ਤਦ ਤੁਸੀਂ ਬਹੁਤ ਵੱਡੀ ਗਲਤੀ ਕਰ ਸਕਦੇ ਹੋ। ਸਾਨੂੰ ਬੋਲਣ ਵਿੱਚ ਧੀਰੇ ਹੋਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ, ਜਦੋਂ ਤੁਸੀਂ ਗੱਲ ਕਰਦੇ ਹੋ ਤਦ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਕਿਉਂਕਿ ਸ਼ਬਦਾਂ ਵਿੱਚ ਜੀਵਨ ਸ਼ਕਤੀ ਹੁੰਦੀ ਹੈ। ਇਸ ਲਈ ਜਿਸ ਘੜੀ ਉਹ ਕਿਸੇ ਦੇ ਮੂੰਹ ਵਿੱਚੋਂ ਨਿਕਲਦੇ ਹਨ, ਉਹ ਬੀਜ ਬਣ ਜਾਂਦੇ ਹਨ ਅਤੇ ਵੱਧਦੇ ਰਹਿੰਦੇ ਹਨ। ਭਾਵੇਂ ਹੀ ਜਦੋਂ ਕੋਈ ਆਲੇ ਦੁਆਲੇ ਨਾ ਹੋਵੇ ਤਦ ਤੁਸੀਂ ਕੁਸਰ-ਮੁਸਰ ਕਰਦੇ ਹੋ। ਅਸੀਂ ਇਸ ਨੂੰ ਆਪਣੇ ਦੋਵਾਂ ਵਿਚਕਾਰ ਰੱਖਾਂਗੇ, ਤਦ ਤੁਹਾਨੂੰ ਕੌਣ ਸੁਣ ਰਿਹਾ ਹੈ? ਇੱਕ ਕੋਰੀਆਈ ਕਹਾਵਤ ਹੈ ਜੋ ਕਹਿੰਦੀ ਹੈ, ਚੂਹੇ ਰਾਤ ਨੂੰ ਬੋਲੇ ਗਏ ਸ਼ਬਦਾਂ ਨੂੰ ਸੁਣਦੇ ਹਨ ਅਤੇ ਪੰਛੀ ਦਿਨ ਵਿੱਚ ਬੋਲੇ ਗਏ ਸ਼ਬਦਾਂ ਨੂੰ ਸੁਣਦੇ ਹਨ। ਇਸ ਦਾ ਮਤਲਬ ਇਹ ਹੈ ਕਿ ਭਾਵੇਂ ਇਹ ਲੱਗਦਾ ਹੈ ਕਿ ਕੋਈ ਨਹੀਂ ਸੁਣ ਰਿਹਾ ਹੈ, ਪਰ ਕੋਈ ਹੈ ਜੋ ਹਮੇਸ਼ਾ ਸੁਣ ਰਿਹਾ ਹੈ। ਇਸ ਲਈ ਇੱਕ ਕਹਾਵਤ ਹੈ ਜੋ ਕਹਿੰਦੀ ਹੈ, ਕੰਧਾਂ ਦੇ ਵੀ ਕੰਨ ਹੁੰਦੇ ਹਨ। ਅਸੀਂ ਜੋ ਕਹਿੰਦੇ ਹਾਂ ਉਸ ਵਿੱਚ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਭਾਵੇਂ ਤੁਸੀਂ ਕਿਸੇ ਨਾਲ ਨਿੱਜੀ ਜਗ੍ਹਾ ਤੇ ਗੱਲ ਕਰ ਰਹੇ ਹੋ ਜਿੱਥੇ ਆਲੇ ਦੁਆਲੇ ਕੋਈ ਨਹੀਂ ਹੈ, ਤੁਹਾਨੂੰ ਅਜਿਹਾ ਕੁਝ ਨਹੀਂ ਕਹਿਣਾ ਚਾਹੀਦਾ ਜੋ ਦੂਜਿਆਂ ਦੀ ਉੱਨਤੀ ਲਈ ਮਦਦਗਾਰ ਨਾ ਹੋਵੇ। ਵਧੀਆ ਹੋਵੇਗਾ ਕਿ ਤੁਸੀਂ ਕੁਝ ਨਾ ਕਹੋ। ਅਜਿਹਾ ਇਸ ਲਈ ਹੈ ਕਿਉਂਕਿ ਸਾਡੇ ਦੁਆਰਾ ਕਹੇ ਗਏ ਹਰੇਕ ਸ਼ਬਦ ਅਨੁਸਾਰ ਸਾਡਾ ਨਿਆਂ ਕੀਤਾ ਜਾਏਗਾ। ਆਓ ਅਸੀਂ ਮਤੀ ਅਧਿਆਇ 12 ਵਚਨ 35 ਉੱਤੇ ਜਾਈਏ। ਵਚਨ 35 ਵਿੱਚ ਇਹ ਲਿਖਿਆ ਹੈ, ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ, ਮਤਲਬ ਚੰਗੇ ਸ਼ਬਦ ਕਹਿੰਦਾ ਹੈ, ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ, ਅਰਥਾਤ ਬੁਰੇ ਸ਼ਬਦ ਕਹਿੰਦਾ ਹੈ। ਚੰਗੇ ਲੋਕਾਂ ਕੋਲ ਸਿਰਫ ਮਿਹਰਬਾਨ ਅਤੇ ਧੰਨ ਸ਼ਬਦ ਹੁੰਦੇ ਹਨ, ਕਿਉਂਕਿ ਉਹ ਬਾਈਬਲ ਵਿੱਚ ਦਿੱਤੀਆਂ ਗਈਆਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਅਤੇ ਵਚਨਾਂ ਦੁਆਰਾ ਸਿੱਖਿਅਕ ਹੁੰਦੇ ਹਨ। ਭਾਵੇਂ ਅਸੀਂ ਇਹ ਨਹੀਂ ਜਾਣ ਸਕਦੇ ਕਿ ਕਿਸੇ ਦੇ ਮਨ ਵਿੱਚ ਕੀ ਹੈ, ਪਰ ਅਸੀਂ ਉਸ ਦੁਆਰਾ ਕਹੇ ਗਏ ਸ਼ਬਦਾਂ ਰਾਹੀਂ ਇਸ ਦਾ ਪਤਾ ਲਗਾ ਸਕਦੇ ਹਾਂ। ਪਰਮੇਸ਼ਵਰ ਕਹਿੰਦੇ ਹਨ ਕਿ ਭਲਾ ਮਨੁੱਖ ਮਨ ਦੇ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। ਆਓ ਅਸੀਂ ਵਚਨ 36 ਨਾਲ ਜਾਰੀ ਰੱਖੀਏ। ਪਰ ਮੈਂ ਤੁਹਾਨੂੰ ਆਖਦਾ ਹਾਂ, ਭਾਈ ਮਨੁੱਖ ਹਰੇਕ ਅਕਰਥ ਗੱਲ ਜੋ ਬੋਲਣ, ਮਤਲਬ ਉਹਨਾਂ ਨੇ ਜੋ ਵੀ ਬੇਮਤਲਬ ਸ਼ਬਦ ਬੋਲੇ ਹਨ, ਮਨੁੱਖਾਂ ਨੂੰ ਕੀ ਕਰਨਾ ਪਵੇਗਾ? ਨਿਆਂ ਦੇ ਦਿਨ ਉਹਦਾ ਹਿਸਾਬ ਦੇਣਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਗਾ। ਯੀਸ਼ੂ ਨੇ ਸਾਨੂੰ ਸਪਸ਼ਟ ਤੌਰ ਤੇ ਇਹ ਸਿੱਖਿਆ ਸਿਖਾਈ ਹੈ। ਇਸ ਲਈ ਪਰਮੇਸ਼ਵਰ ਸਾਨੂੰ ਹਮੇਸ਼ਾ ਕੀ ਕਰਨ ਲਈ ਕਹਿੰਦੇ ਹਨ? ਸਦਾ ਆਨੰਦ ਰਹੋ, ਹਰ ਹਾਲਤ ਵਿੱਚ ਖੁਸ਼ ਰਹੋ, ਅਤੇ ਸਾਨੂੰ ਹਰ ਚੀਜ਼ ਵਿੱਚ ਕੀ ਕਰਨਾ ਚਾਹੀਦਾ ਹੈ? ਧੰਨਵਾਦ ਕਰੋ। ਅਸੀਂ ਆਖਰਕਾਰ ਮਹਿਸੂਸ ਕਰਾਂਗੇ ਕਿ ਪਰਮੇਸ਼ਵਰ ਸਾਨੂੰ ਅੰਤ ਵਿੱਚ ਆਸ਼ੀਸ਼ ਦੇਣ ਲਈ ਸਭ ਕੁਝ ਹੋਣ ਦਿੰਦੇ ਹਨ। ਜੇਕਰ ਸਾਡੇ ਨਾਲ ਕੁਝ ਵੀ ਚੁਣੌਤੀਪੂਰਨ ਨਹੀਂ ਹੁੰਦਾ, ਤਦ ਅਸੀਂ ਚੰਗੇ ਅਤੇ ਬੁਰੇ ਵਿੱਚ ਫਰਕ ਨਹੀਂ ਕਰ ਪਾਵਾਂਗੇ। ਪਰ ਸਾਨੂੰ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਮਹਿਸੂਸ ਕਰਨ ਦੇਣ ਲਈ ਪਰਮੇਸ਼ਵਰ ਕਈ ਵਾਰ ਸਾਨੂੰ ਨਿਮਰ ਕਰਦੇ ਹਨ, ਸਾਨੂੰ ਭੁੱਖਾ ਰਹਿਣ ਦਿੰਦੇ ਹਨ, ਅਤੇ ਕਈ ਵਾਰ ਸਾਨੂੰ ਕਿਸੇ ਚੀਜ਼ ਲਈ ਲੋੜਵੰਦ ਬਣਾਉਂਦੇ ਹਨ। ਜੇਕਰ ਪਰਮੇਸ਼ਵਰ ਨੇ ਦੁਨੀਆ ਦੇ ਸਿਰਫ ਸਭ ਤੋਂ ਉੱਤਮ ਲੋਕਾਂ ਨੂੰ ਆਪਣੀ ਸੰਤਾਨ ਦੇ ਰੂਪ ਵਿੱਚ ਚੁਣਿਆ ਹੁੰਦਾ, ਤਦ ਇਹ ਕਿਵੇਂ ਹੁੰਦਾ? ਮੇਰੀ ਨਜ਼ਰ ਵਿੱਚ ਇੱਥੇ ਸਾਰੇ ਲੋਕ ਦੁਨੀਆ ਦੇ ਸਭ ਤੋਂ ਉੱਤਮ ਵਿਅਕਤੀ ਵਰਗੇ ਲੱਗਦੇ ਹਨ। ਜੇਕਰ ਕੋਈ ਸ਼ਾਨਦਾਰ ਨਾ ਹੋਵੇ, ਤਦ ਕੀ ਉਹ ਇਸ ਸਥਾਨ ਤੇ ਆ ਸਕਦਾ ਹੈ? ਪਰ ਦੁਨੀਆ ਵਿੱਚ ਲੋਕਾਂ ਕੋਲ ਇਹ ਦੇਖਣ ਲਈ ਆਪਣੇ ਮਾਨਕ ਹਨ ਕਿ ਕੌਣ ਸ਼ਾਨਦਾਰ ਹੈ। ਹਾਲਾਂਕਿ ਉਹਨਾਂ ਦੇ ਮਾਨਕ ਪਰਮੇਸ਼ਵਰ ਦੇ ਮਾਨਕਾਂ ਨਾਲੋਂ ਵੱਖਰੇ ਹਨ।
ਉਹ ਸਾਰੇ ਜੋ ਅੱਜ ਇੱਥੇ ਹਨ ਪਰਮੇਸ਼ਵਰ ਨੂੰ ਪਿਆਰ ਕਰਦੇ ਹਨ ਅਤੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੁਆਰਾ ਬਦਲਣ ਵਿੱਚ ਯੋਗ ਹਨ। ਹਾਲਾਂਕਿ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਸ ਸਥਾਨ ਤੇ ਆਉਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਉਹ ਨਹੀਂ ਬਦਲੇ, ਭਾਵੇਂ ਪਰਮੇਸ਼ਵਰ ਨੇ ਕਿੰਨੀ ਵਾਰ ਉਹਨਾਂ ਨੂੰ ਆਪਣੀ ਕਿਰਪਾਪੂਰਨ ਵਚਨ ਦਿੱਤੇ ਹਨ। ਇਸੇ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਇੱਥੇ ਨਹੀਂ ਬੁਲਾਇਆ। ਪਰਮੇਸ਼ਵਰ ਨੇ ਸੁਣਨ ਲਈ ਉਹਨਾਂ ਦੇ ਕੰਨ ਨਹੀਂ ਖੋਲ੍ਹੇ। ਪਰਮੇਸ਼ਵਰ ਕਹਿੰਦੇ ਹਨ ਕਿ ਸਾਡੀਆਂ ਅੱਖਾਂ ਧਨ ਹਨ ਕਿਉਂਕਿ ਉਹ ਦੇਖਦੀਆਂ ਹਨ, ਅਤੇ ਸਾਡੇ ਕੰਨ ਧਨ ਹਨ ਕਿਉਂਕਿ ਉਹ ਸੁਣਦੇ ਹਨ। ਕਿਉਂਕਿ ਪਰਮੇਸ਼ਵਰ ਨੇ ਸਾਡੀਆਂ ਅੱਖਾਂ ਤੇ ਕੰਨ ਖੋਲ੍ਹੇ ਹਨ, ਇਸ ਲਈ ਅਸੀਂ ਇਸ ਜਗ੍ਹਾ ਤੇ ਆ ਸਕੇ ਹਾਂ। ਕੀ ਇਹ ਸੱਚ ਨਹੀਂ ਹੈ? ਇਸ ਲਈ ਆਓ ਅਸੀਂ ਉਹ ਬਣੀਏ ਜੋ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਸਦੀਪਕ ਧੰਨਵਾਦ, ਮਹਿਮਾ ਅਤੇ ਵਡਿਆਈ ਦਿੰਦੇ ਹਨ। ਲੂਕਾ ਅਧਿਆਇ 23 ਵਿੱਚ ਯੀਸ਼ੂ ਦੇ ਸੱਜੇ ਪਾਸੇ ਡਾਕੂ ਨੇ ਜੋ ਕੁਝ ਕਿਹਾ, ਉਹ ਖੱਬੇ ਪਾਸੇ ਦੇ ਡਾਕੂ ਨਾਲੋਂ ਬਿਲਕੁਲ ਵੱਖਰਾ ਸੀ। ਸੱਜੇ ਪਾਸੇ ਦਾ ਡਾਕੂ ਅਜਿਹਾ ਵਿਅਕਤੀ ਹੈ ਜਿਸ ਨੇ ਸਭ ਤੋਂ ਵਧੀਆ ਗੱਲ ਕਹੀ, ਜਦਕਿ ਯੀਸ਼ੂ ਦੇ ਆਲੇ ਦੁਆਲੇ ਦੇ ਹੋਰ ਸਾਰੇ ਲੋਕ ਇਕੱਠੇ ਉਹਨਾਂ ਦੀ ਆਲੋਚਨਾ ਕਰ ਰਹੇ ਸੀ ਅਤੇ ਉਹਨਾਂ ਉੱਤੇ ਦੋਸ਼ ਲਗਾ ਰਹੇ ਸੀ। ਤਦ ਉਹਨਾਂ ਦੇ ਸੱਜੇ ਪਾਸੇ ਦਾ ਡਾਕੂ ਸਥਿਤੀ ਤੋਂ ਪ੍ਰਭਾਵਿਤ ਨਹੀਂ ਹੋਇਆ। ਉਸ ਸਮੇਂ ਪਰਮੇਸ਼ਵਰ ਨੇ ਉਸ ਨੂੰ ਯੀਸ਼ੂ ਨੂੰ ਸਹੀ ਢੰਗ ਨਾਲ ਪਹਿਚਾਨਣ ਲਈ ਆਤਮਿਕ ਬੁੱਧੀ ਅਤੇ ਸਮਝ ਦਿੱਤੀ। ਉਸ ਨੇ ਕਿਹਾ, ਹੇ ਯੀਸ਼ੂ, ਜਦ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਤਦ ਯੀਸ਼ੂ ਨੇ ਤੁਰੰਤ ਇਹ ਕਹਿੰਦੇ ਹੋਏ ਇੱਕ ਕਿਰਪਾਪੂਰਨ ਉੱਤਰ ਦਿੱਤਾ, ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ। ਜਦੋਂ ਯੀਸ਼ੂ ਸਲੀਬ ਉੱਤੇ ਆਪਣਾ ਲਹੂ ਵਹਾ ਰਹੇ ਸੀ ਅਤੇ ਬਹੁਤ ਦੁੱਖ ਵਿੱਚ ਸੀ, ਤਦ ਉਹ ਵਿਸ਼ਵਾਸ ਦੇ ਅਜਿਹੇ ਕਿਰਪਾਲੂ ਸ਼ਬਦ ਸੁਣ ਕੇ ਕਿੰਨੇ ਖੁਸ਼ ਹੋਏ ਹੋਣਗੇ। ਤੁਹਾਨੂੰ ਅਤੇ ਮੈਨੂੰ ਵਿਸ਼ਵਾਸ ਦੇ ਮਾਰਗ ਉੱਤੇ ਚੱਲਦੇ ਹੋਏ ਇਸ ਭੌਤਿਕ ਸੰਸਾਰ ਵਿੱਚ ਜੋ ਦਿਖਾਈ ਦੇ ਰਿਹਾ ਹੈ, ਉਸ ਉੱਤੇ ਪਰਮੇਸ਼ਵਰ ਦੁਆਰਾ ਦਿੱਤੇ ਗਏ ਆਪਣੇ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਭਾਵੇਂ ਇਸ ਧਰਤੀ ਉੱਤੇ ਸਾਡਾ ਜੀਵਨ ਥਕਾ ਦੇਣ ਵਾਲਾ ਹੋਵੇ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਸਾਡਾ ਭਵਿੱਖ ਤਿਆਰ ਕੀਤਾ ਹੈ। ਪਰਮੇਸ਼ਵਰ ਨੇ ਪਹਿਲਾਂ ਹੀ ਕਨਾਨ ਨਾਮਕ ਇੱਕ ਵਧੀਆ ਧਰਤੀ ਨੂੰ ਨਿਯੁਕਤ ਕੀਤਾ ਸੀ। ਉਹਨਾਂ ਨੇ ਉਸ ਜਗ੍ਹਾ ਨੂੰ ਬਣਾਇਆ ਸੀ। ਭਾਵੇਂ ਉੱਥੇ ਪਹੁੰਚਣ ਦਾ ਰਸਤਾ ਥੋੜਾ ਕੱਚਾ ਸੀ ਜਾਂ ਸੌਖਾ ਨਹੀਂ ਸੀ, ਪਰ ਕੜਕਦੀ ਧੁੱਪ ਦੇ ਹੇਠ ਪਥਰੀਲਾ ਮਾਰਗ ਸੀ, ਪਰ ਉੱਥੇ ਬੁੜਬੜਾਉਣ ਦੀ ਕੋਈ ਲੋੜ ਨਹੀਂ ਸੀ। ਇੱਕ ਵਾਰ ਜਦੋਂ ਉਹ ਆਪਣੀ ਯਾਤਰਾ ਪੂਰੀ ਕਰ ਲੈਂਦੇ, ਤਦ ਦੁੱਧ ਅਤੇ ਸ਼ਹਿਦ ਨਾਲ ਵਹਿਣ ਵਾਲੀ ਇੱਕ ਕਿਰਪਾ ਦੀ ਦੁਨੀਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ। ਇਸੇ ਤਰ੍ਹਾਂ ਸਾਨੂੰ ਉਸ ਜਗ੍ਹਾ ਦੀ ਉਮੀਦ ਵਿੱਚ ਜਿਉਣਾ ਚਾਹੀਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਹੈ। ਆਤਮਿਕ ਦ੍ਰਿਸ਼ਟੀਕੋਣ ਤੋਂ ਕੀ ਕਨਾਨ ਦੀ ਤੁਲਨਾ ਉਸ ਸੰਸਾਰ ਨਾਲ ਕੀਤੀ ਜਾ ਸਕਦੀ ਹੈ ਜਿਸ ਵਿੱਚ ਅਸੀਂ ਜਾ ਰਹੇ ਹਾਂ? ਕਿ ਉਹਨਾਂ ਸਾਰੇ ਲੋਕਾਂ ਨੂੰ ਜੋ ਉਸ ਜਗ੍ਹਾ ਵੱਲ ਚੱਲ ਰਹੇ ਹਨ, ਹਰ ਦਿਨ ਖੁਸ਼ ਨਹੀਂ ਰਹਿਣਾ ਚਾਹੀਦਾ ਅਤੇ ਖੁਸ਼ੀ ਦੇ ਗੀਤ ਗਾਉਂਦੇ ਹੋਏ ਰੋਜ਼ਾਨਾ ਜੀਵਨ ਨਹੀਂ ਜਿਉਣਾ ਚਾਹੀਦਾ? ਇਸ ਲਈ ਬਾਈਬਲ ਕੀ ਕਹਿੰਦੀ ਹੈ? ਇਹ ਕਹਿੰਦੀ ਹੈ, ਸਦਾ ਆਨੰਦ ਰਹੋ, ਹਰ ਹਾਲ ਵਿੱਚ ਧੰਨਵਾਦ ਕਰੋ। ਜੇਕਰ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹੀਏ ਅਤੇ ਹਮੇਸ਼ਾ ਆਨੰਦਿਤ ਰਹੀਏ, ਤਦ ਅਸੀਂ ਉਹੀ ਕਹਿ ਸਕਦੇ ਹਾਂ ਜੋ ਦੂਜਿਆਂ ਦੀ ਉન્નਤੀ ਲਈ ਵਧੀਆ ਹੈ। ਆਓ ਅਸੀਂ ਹਮੇਸ਼ਾ ਇਸ ਤਰ੍ਹਾਂ ਦਾ ਜੀਵਨ ਜਿਉਣ ਦੀ ਹਰ ਸੰਭਵ ਕੋਸ਼ਿਸ਼ ਕਰੀਏ। ਬਾਈਬਲ ਦੇ ਇਤਿਹਾਸ ਵਿੱਚ ਅਸੀਂ ਏਸਾਊ ਦਾ ਉਦਾਹਰਣ ਲੱਭ ਸਕਦੇ ਹਾਂ, ਜਿਨੇ ਅਜਿਹੇ ਸ਼ਬਦ ਨਹੀਂ ਕਹੇ ਜੋ ਆਸ਼ੀਸ਼ਾਂ ਲਿਆ ਸਕਦੇ ਸੀ, ਅਤੇ ਅਸੀਂ ਸੱਜੇ ਪਾਸੇ ਦੇ ਡਾਕੂ ਦਾ ਉਦਾਹਰਣ ਵੀ ਲੱਭ ਸਕਦੇ ਹਾਂ ਜਿਸ ਨੇ ਅਜਿਹੇ ਸ਼ਬਦ ਕਹੇ ਜਿਨ੍ਹਾਂ ਤੋਂ ਉਸ ਨੂੰ ਆਸ਼ੀਸ਼ ਮਿਲੀ। ਦਾਨੀਅਲ ਦੇ 3 ਦੋਸਤਾਂ ਨੇ ਵੀ ਅਜਿਹੇ ਸ਼ਬਦ ਬੋਲੇ ਜਿਨ੍ਹਾਂ ਤੋਂ ਉਹਨਾਂ ਨੂੰ ਆਸ਼ੀਸ਼ ਮਿਲੀ। ਰਾਜਾ ਨਬੂਕਦਨੇਸਰ ਦੁਆਰਾ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਦੇ ਬਾਵਜੂਦ ਉਹਨਾਂ ਨੇ ਹਾਰ ਨਹੀਂ ਮੰਨੀ, ਸਗੋਂ ਕਿਹਾ, ਹੇ ਰਾਜਾ ਨਬੂਕਦਨੇਸਰ, ਅਸੀਂ ਤੁਹਾਡੀ ਖੜੀ ਕਰਵਾਈ ਮੂਰਤੀ ਦੀ ਪੂਜਾ ਨਹੀਂ ਕਰਾਂਗੇ। ਅਸੀਂ ਕਿਸੇ ਹੋਰ ਦੇਵਤੇ ਦੀ ਨਹੀਂ, ਸਗੋਂ ਸੱਚੇ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਾਂ। ਰਾਜਾ ਗੁੱਸੇ ਹੋ ਗਿਆ ਅਤੇ ਉਸ ਨੇ ਭੱਠੀ ਨੂੰ ਆਮ ਨਾਲੋਂ 7 ਗੁਣਾ ਜ਼ਿਆਦਾ ਗਰਮ ਕਰਨ ਦਾ ਹੁਕਮ ਦਿੱਤਾ। ਅੱਗ ਦੀਆਂ ਲਪਟਾਂ ਨਾਲ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਚੁੱਕਣ ਵਾਲੇ ਸੈਨਿਕ ਮਰ ਗਏ, ਪਰ ਦਾਨੀਅਲ ਦੇ 3 ਦੋਸਤਾਂ ਤੋਂ ਅੱਗ ਦੀ ਗੰਧ ਨਹੀਂ ਆਈ ਅਤੇ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਨਹੀਂ ਝੁਲਸਿਆ ਸੀ, ਭਾਵੇਂ ਉਹਨਾਂ ਨੂੰ ਭੱਠੀ ਵਿੱਚ ਸੁੱਟ ਦਿੱਤਾ ਗਿਆ ਸੀ। ਉਹ ਭੱਠੀ ਤੋਂ ਬਚ ਗਏ ਕਿਉਂਕਿ ਪਰਮੇਸ਼ਵਰ ਉਹਨਾਂ ਨਾਲ ਸੀ। ਉਹਨਾਂ ਦੇ ਉਦਾਹਰਨਾਂ ਦਾ ਪਾਲਨ ਕਰਦੇ ਹੋਏ ਸਾਨੂੰ ਵੀ ਅਜਿਹੇ ਸ਼ਬਦ ਬੋਲਣ ਵਿੱਚ ਯੋਗ ਹੋਣਾ ਚਾਹੀਦਾ ਹੈ ਜੋ ਇਸ ਯੁੱਗ ਵਿੱਚ ਸਾਡੇ ਲਈ ਆਸ਼ੀਸ਼ਾਂ ਲਿਆਉਂਦੇ ਹਨ। ਆਓ ਅਸੀਂ ਦਾਨੀਅਲ ਅਧਿਆਇ 3 ਵਚਨ 16 ਵਿੱਚ ਇਸ ਬਾਰੇ ਲਿਖੇ ਗਏ ਰਿਕਾਰਡਾਂ ਨੂੰ ਦੇਖੀਏ। ਤਾਂ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੇਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ। ਸਾਡਾ ਪਰਮੇਸ਼ਵਰ ਜੀ ਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ। ਉਹਨਾਂ ਨੇ ਕਿਹਾ,
ਪਰਮੇਸ਼ਵਰ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਉਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਆਓ ਅਸੀਂ ਵਚਨ 18 ਦੇਖੀਏ। ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ। ਰਾਜਾ ਦੇ ਦ੍ਰਿਸ਼ਟੀਕੋਣ ਤੋਂ ਇਹ ਉਸ ਦੇ ਹੁਕਮਾਂ ਦੇ ਵਿਰੁੱਧ ਬਗਾਵਤ ਸੀ, ਪਰ ਵਿਸ਼ਵਾਸ ਦੇ ਦ੍ਰਿਸ਼ਟੀਕੋਣ ਤੋਂ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੇ ਜੋ ਕਿਹਾ ਉਹ ਬਿਲਕੁਲ ਸਹੀ ਸੀ, ਹੈ ਨਾ? ਉਹਨਾਂ ਦੁਆਰਾ ਬੋਲੇ ਗਏ ਸ਼ਬਦ ਉਹਨਾਂ ਉੱਤੇ ਆਸ਼ੀਸ਼ਾਂ ਲਿਆਏ। ਆਓ ਅਸੀਂ ਵਚਨ 19 ਦੇਖੀਏ। ਤਦ ਨਬੂਕਦਨੇਸਰ ਨੇ ਆਪਣੇ ਆਪ ਵਿੱਚ ਤਾਉ ਖਾਧਾ ਅਤੇ ਉਹਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਉੱਤੇ ਬਦਲ ਗਿਆ। ਤਾਂ ਉਹਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ 7 ਗੁਣਾ ਹੋਰ ਤਾਉ ਦਿਓ ਅਤੇ ਉਹਨੇ ਆਪਣੀ ਫੌਜ ਵਿੱਚ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ। ਤਦ ਉਹ ਆਦਮੀ ਆਪਣੇ ਝੱਗਿਆਂ, ਘਟੂਨਿਆਂ, ਪੱਗਾਂ ਤੇ ਲੀੜਿਆਂ ਸਣੇ ਬੰਨੇ ਗਏ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ। ਇਸ ਲਈ ਭਈ ਰਾਜੇ ਦਾ ਹੁਕਮ ਵੱਡੀ ਤਕੀਦ ਨਾਲ ਸੀ ਅਤੇ ਭੱਠੀ ਦਾ ਤਾਉ ਅਤ ਵਧੀਕ ਸੀ। ਇਸੇ ਕਾਰਨ ਅੱਗ ਦੀ ਲੋਅ ਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ। ਭੱਠੀ ਵਿੱਚ ਸੁੱਟੇ ਜਾਣ ਤੋਂ ਬਾਅਦ ਕੀ ਹੋਇਆ? ਆਓ ਅਸੀਂ ਵਚਨ 25 ਦੇਖੀਏ। ਤਾਂ ਉਸਨੇ ਉੱਤਰ ਦੇ ਕੇ ਆਖਿਆ, ਭਾਈ ਵੇਖੋ, ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਦਿਉਤਿਆਂ ਦੇ ਪੁੱਤਰ ਦਾ ਹੈ। ਫਿਰ ਨਬੂਕਦਨੇਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਹੇ ਸ਼ਦਰਕ, ਮੇਸ਼ਕ ਤੇ ਅਬੇਦਨਗੋ, ਅਤਿਮਹਾਨ ਪਰਮੇਸ਼ਵਰ ਦੇ ਬੰਦਿਓ, ਬਾਹਰ ਨਿਕਲ ਕੇ ਇੱਧਰ ਆਓ। ਤਾਂ ਸ਼ਦਰਕ, ਮੇਸ਼ਕ ਤੇ ਅਬੇਦਨਗੋ ਅੱਗ ਵਿੱਚੋਂ ਨਿਕਲ ਆਏ ਅਤੇ ਸਜਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵਸ ਨਹੀਂ ਸੀ ਚੱਲਿਆ। ਨਾ ਉਹਨਾਂ ਦੇ ਸਿਰ ਦੇ ਵਾਲ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ। ਵਚਨ 28। ਨਬੂਕਦਨੇਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ ਤੇ ਅਬੇਦਨਗੋ ਦਾ ਪਰਮੇਸ਼ਵਰ ਮੁਬਾਰਕ ਹੋਵੇ, ਜਿਸ ਆਪਣੇ ਦੂਤ ਨੂੰ ਘੱਲਿਆ ਅਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ, ਜਿਨ੍ਹਾਂ ਨੇ ਉਹਦੇ ਉੱਤੇ ਨੇਚਾ ਕੀਤੀ ਅਤੇ ਰਾਜਾ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਨਜ਼ਰ ਕੀਤਾ ਕਿ ਆਪਣੇ ਪਰਮੇਸ਼ਵਰ ਦੇ ਬਿਨਾਂ ਹੋਰ ਕਿਸੇ ਦਿਉਤੇ ਦੀ ਸੇਵਾ ਜਾਂ ਬੰਦਗੀ ਨਾ ਕਰਨ। ਉਹਨਾਂ ਦੁਆਰਾ ਕਹੇ ਗਏ ਸ਼ਬਦਾਂ ਨਾਲ ਰਾਜਾ ਨਬੂਕਦਨੇਸਰ ਨੂੰ ਇੱਕ ਮਹਾਨ ਅਹਿਸਾਸ ਹੋਇਆ ਕਿ ਉਹਨਾਂ ਦੁਆਰਾ ਕਹੇ ਗਏ ਸ਼ਬਦ ਸੱਚਮੁੱਚ ਆਸ਼ੀਸ਼ਾਂ ਨਹੀਂ ਲਿਆਏ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਉਹ ਸਾਰੇ ਸ਼ਬਦ ਜੋ ਆਸ਼ੀਸ਼ਾਂ ਲਿਆਏ ਸੀ ਵਿਸ਼ਵਾਸ ਨਾਲ ਬੋਲੇ ਗਏ ਵਚਨ ਸੀ। ਕਿ ਪਰਮੇਸ਼ਵਰ ਨੇ ਕੂਚ ਦੇ ਸਮੇਂ 12 ਜਸੂਸਾਂ ਦੇ ਇਤਿਹਾਸ ਦੁਆਰਾ ਇਹ ਨਹੀਂ ਦਿਖਾਇਆ। 10 ਜਸੂਸਾਂ ਦੁਆਰਾ ਬੋਲੇ ਗਏ ਸ਼ਬਦ ਉਹ ਸ਼ਬਦ ਨਹੀਂ ਸੀ ਜੋ ਬਿਲਕੁਲ ਵੀ ਆਸ਼ੀਸ਼ ਲਿਆ ਸਕਦੇ ਸੀ। ਯਹੋਸ਼ੂਆ ਅਤੇ ਕਾਲੇਬ ਦੁਆਰਾ ਕਹੇ ਗਏ ਸ਼ਬਦਾਂ ਬਾਰੇ ਕੀ? ਉਹਨਾਂ ਨੇ ਕਿਹਾ, ਜਿਵੇਂ ਕਿ ਅਸੀਂ ਪਰਮੇਸ਼ਵਰ ਦੇ ਮਾਰਗਦਰਸ਼ਨ ਅਤੇ ਅਗਵਾਈ ਦਾ ਪਾਲਨ ਕਰਦੇ ਹੋਏ ਵਾਅਦੇ ਦੀ ਧਰਤੀ ਕਨਾਨ ਵੱਲ ਜਾ ਰਹੇ ਹਾਂ, ਤਦ ਪਰਮੇਸ਼ਵਰ ਦੇ ਖਿਲਾਫ ਲੜਨ ਦੀ ਹਿੰਮਤ ਕੌਣ ਕਰ ਸਕਦਾ ਹੈ? ਵਿਸ਼ਵਾਸ ਨਾਲ ਬੋਲੇ ਗਏ ਇਹ ਸਾਰੇ ਸ਼ਬਦ ਆਸ਼ੀਸ਼ ਲਿਆਏ ਸੀ। ਪਰਮੇਸ਼ਵਰ ਨੇ ਯਹੋਸ਼ੂਆ ਅਤੇ ਕਾਲੇਬ ਦੀਆਂ ਗੱਲਾਂ ਨੂੰ ਸੁਣਿਆ ਅਤੇ ਕਿਹਾ, ਇਹ ਦੋਨੋਂ ਕਨਾਨ ਦੇਸ਼ ਵਿੱਚ ਦਾਖਲ ਹੋਣ ਦੇ ਯੋਗ ਹਨ। ਇਹ 2 ਲੋਕ ਸਹੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਸ਼ਬਦ ਬੋਲਣੇ ਚਾਹੀਦੇ ਹਨ। ਇਸ ਧਰਤੀ ਉੱਤੇ ਰਹਿੰਦੇ ਹੋਏ ਸਾਨੂੰ ਅਜਿਹੀਆਂ ਸਥਿਤੀਆਂ ਵਿੱਚ ਵੀ ਰੱਖਿਆ ਜਾ ਸਕਦਾ ਹੈ ਜੋ ਅਣਉਚਿਤ ਅਤੇ ਪ੍ਰਤੀਕੂਲ ਲੱਗਦੀਆਂ ਹਨ ਅਤੇ ਅਜਿਹੀਆਂ ਸਥਿਤੀਆਂ ਜਿਨ੍ਹਾਂ ਦਾ ਅਸੀਂ ਸਾਹਮਣਾ ਨਹੀਂ ਕਰਨਾ ਚਾਹੁੰਦੇ। ਪਰ ਕਿਰਪਾ ਕਰਕੇ ਸਥਿਤੀ ਨੂੰ ਹਮੇਸ਼ਾ ਪਰਮੇਸ਼ਵਰ ਦੇ ਪੱਖ ਵਿੱਚ ਖੜੇ ਰਹਿ ਕੇ ਵਿਸ਼ਵਾਸ ਦੇ ਦ੍ਰਿਸ਼ਟੀਕੋਣ ਤੋਂ ਦੇਖੋ। ਪਰਮੇਸ਼ਵਰ ਸਭ ਕੁਝ ਪੂਰਾ ਕਰਨ ਵਿੱਚ ਯੋਗ ਹਨ। ਉਹਨਾਂ ਨੇ ਮੈਨੂੰ ਇਸ ਸਥਿਤੀ ਵਿੱਚ ਕਿਉਂ ਰਹਿਣ ਦਿੱਤਾ? ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਵਿਵਸਥਾ ਸਾਰ ਅਧਿਆਇ 8 ਵਿੱਚ ਲਿਖੀਆਂ ਗਈਆਂ ਗੱਲਾਂ ਨੂੰ ਬਿਨਾਂ ਭੁੱਲੇ ਯਾਦ ਰੱਖੀਏ। ਮੈਂ ਉਹ ਹਾਂ ਜਿਸ ਨੇ ਤੁਹਾਨੂੰ ਨਿਮਰ ਬਣਾਇਆ ਹੈ। ਮੈਂ ਉਹ ਹਾਂ ਜਿਸ ਨੇ ਕਈ ਵਾਰ ਤੁਹਾਨੂੰ ਭੁੱਖਾ ਹੋਣ ਦਿੱਤਾ। ਇਹ ਇਸ ਲਈ ਨਹੀਂ ਹੈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ। ਮੈਂ ਤੁਹਾਨੂੰ ਅੰਤ ਵਿੱਚ ਆਸ਼ੀਸ਼ ਦੇਣ ਲਈ ਇਸ ਤਰੀਕੇ ਨਾਲ ਅਗਵਾਈ ਕੀਤੀ। ਹਾਲਾਂਕਿ ਕੁਝ ਲੋਕਾਂ ਨੇ ਛੋਟੀਆਂ-ਛੋਟੀਆਂ ਅਸੁਵਿਧਾਵਾਂ ਲਈ ਪਰਮੇਸ਼ਵਰ ਦੇ ਵਿਰੁੱਧ ਬੁੜਬੁੜ ਕੀਤੀ ਅਤੇ ਕਿਹਾ, ਚਲੋ ਮਿਸਰ ਵਾਪਸ ਚੱਲਦੇ ਹਾਂ, ਕਿਉਂਕਿ ਉਹਨਾਂ ਨੇ ਉਹਨਾਂ ਸਾਰੇ ਪ੍ਰਬੰਧਾਂ ਦੇ ਵਿਰੁੱਧ ਬਗਾਵਤ ਕੀਤੀ ਜਿਨ੍ਹਾਂ ਦੀ ਯੋਜਨਾ ਪਰਮੇਸ਼ਵਰ ਨੇ ਉਹਨਾਂ ਲਈ ਬਣਾਈ ਸੀ। ਇਸ ਲਈ ਉਹਨਾਂ ਨੇ ਬੁਰੇ ਸ਼ਬਦ ਕਹੇ। ਉਹ ਆਸ਼ੀਸ਼ ਲਿਆਉਣ ਵਾਲੇ ਸ਼ਬਦ ਕਹਿਣ ਨੂੰ ਨਹੀਂ ਜਾਣਦੇ ਸੀ। ਅੱਜ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ ਕਿ ਸਿਯੋਨ ਵਿੱਚ ਅਸੀਂ ਜੋ ਕੁਝ ਵੀ ਬੋਲਦੇ ਹਾਂ ਉਹ ਬਹੁਤ ਮਹੱਤਵਪੂਰਨ ਹੈ। ਇਸ ਲਈ ਆਓ ਅਸੀਂ ਬੇਪਰਵਾਹ ਭਾਵਨਾਵਾਂ ਨਾਲ ਭਰੇ ਕੋਈ ਵੀ ਲਾਪਰਵਾਹ ਸ਼ਬਦ ਨਾ ਕਹੀਏ।
ਪਰਮੇਸ਼ਵਰ ਕਹਿੰਦੇ ਹਨ ਕਿ ਸਾਨੂੰ ਬੋਲਣ ਵਿੱਚ ਧੀਰਜ ਰੱਖਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਧਿਆਨ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਕੀ ਕਹਿਣ ਜਾ ਰਹੇ ਹਾਂ। ਜੋੜਿਆਂ ਵਿਚਕਾਰ ਬੋਲੇ ਜਾਣ ਵਾਲੇ ਸ਼ਬਦ ਹਨ ਅਤੇ ਮਾਤਾ-ਪਿਤਾ ਅਤੇ ਬੱਚਿਆਂ ਵਿਚਕਾਰ ਬੋਲੇ ਗਏ ਸ਼ਬਦ ਹਨ। ਸਾਡੇ ਰੋਜ਼ਾਨਾ ਜੀਵਨ ਵਿੱਚ ਸਾਨੂੰ ਹਮੇਸ਼ਾ ਅਜਿਹੀਆਂ ਸਥਿਤੀਆਂ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ। ਅਜਿਹੀਆਂ ਸਥਿਤੀਆਂ ਵਿੱਚ ਜੋ ਸ਼ਬਦ ਆਸ਼ੀਸ਼ਾਂ ਲਿਆਉਂਦੇ ਹਨ ਉਹ ਵਿਸ਼ਵਾਸ ਨਾਲ ਕਹੇ ਗਏ ਸ਼ਬਦ ਹਨ। ਜਿੰਨਾ ਜ਼ਿਆਦਾ ਅਸੀਂ ਵਿਸ਼ਵਾਸ ਦੇ ਸ਼ਬਦ ਬੋਲਦੇ ਹਾਂ ਉਨਾ ਹੀ ਜ਼ਿਆਦਾ ਪਰਮੇਸ਼ਵਰ ਜ਼ਿਆਦਾ ਵਿਸ਼ਵਾਸ ਨਾਲ ਆਸ਼ੀਸ਼ਾਂ ਭੇਜਣਗੇ। ਇਸ ਲਈ ਜੇਕਰ ਤੁਸੀਂ ਇੱਕ ਮੁਸ਼ਕਿਲ ਸਥਿਤੀ ਵਿੱਚ ਹੋ ਤਦ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵਿਸ਼ਵਾਸ ਨੂੰ ਸੁਧਾਰ ਕੇ ਅਤੇ ਇਸ ਨੂੰ ਮਜ਼ਬੂਤ ਕਰਕੇ ਪਿਤਾ ਅਤੇ ਮਾਤਾ ਨੂੰ ਖੁਸ਼ ਕਰਨ ਲਈ ਕਹਿਣਾ ਚਾਹੁੰਦਾ ਹਾਂ। ਇਹ ਆਸ ਕਰਦੇ ਹੋਏ ਕਿ ਅੱਜ ਦੇ ਵਚਨਾਂ ਦੁਆਰਾ ਤੁਸੀਂ ਬਹੁਤ ਕਿਰਪਾ ਪ੍ਰਾਪਤ ਕੀਤੀ, ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।